ਅੰਦੋਲਨ ਦੇ ਵਿੱਚ ਜੇ ਕਿਸੇ ਦੀ ਜਾਨ ਜਾਂਦੀ ਹੈ ਤਾਂ ਉਹਦੇ 'ਚ ਸਾਨੂੰ ਵੀ ਸਾਰਿਆਂ ਨੂੰ ਦੁੱਖ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਅੰਦੋਲਨ ਕਰਨਾ ਗਲਤ ਆ, ਪਰ ਜਿਹੜਾ ਵੀ ਇਨਸਾਨ ਅੰਦੋਲਨ ਕਰਦਾ ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਰੰਗਤ ਦੇ ਦਿੰਦੀਆਂ ਉਹਦਾ ਨੁਕਸਾਨ ਕਿਤੇ ਨਾ ਕਿਸੇ ਨੂੰ ਹੁੰਦਾ ਹੈ। ਮੋਦੀ ਦਾ ਵਿਸ਼ਾਲ ਹਿਰਦਾ, ਮੋਦੀ ਜੀ ਨੇ ਅਗਰ ਕਿਸਾਨ ਅੰਦੋਲਨ ਹੋਇਆ ਉਹਨਾਂ ਨੇ ਕਿੱਡੇ ਭਾਵਨਾ ਨਾਲ ਪਹਿਲਾਂ ਮਾਫੀ ਮੰਗੀ। ਹਿੰਦੁਸਤਾਨ ਦੇ ਵਿੱਚ ਦੰਗੇ ਹੋਏ 1984 ਦੇ ਵਿੱਚ, ਕਿਸੇ ਨੇ ਅੱਜ ਤੱਕ ਉਸ ਟੌਪਿਕ ਤੇ ਮਾਫੀ ਤੱਕ ਨਹੀਂ, ਕਿਸੇ ਕਾਂਗਰਸ ਦੇ ਇੱਕ ਲੀਡਰ ਨੇ ਜਾਂ ਕਿਸੇ ਵੀ ਬੰਦੇ ਨੇ ਅੱਜ ਤੱਕ ਨਹੀਂ ਕਿਹਾ ਚਾਹੇ ਉਹ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਹੋਇਆ। ਕੈਪਟਨ ਸਾਹਿਬ ਬੜਾ ਅੱਛਾ ਰਾਜ ਕੀਤਾ ਉਹਨਾਂ ਨੇ। ਉਹਨਾਂ ਦੇ ਰਾਜ ਦੇ ਵਿੱਚ ਮੈਂ ਤਾਂ ਇੱਕ ਗੱਲ ਦੇਖਦਾ ਹੁੰਦਾ ਸੀ ਵੀ ਜਿੰਨੇ ਵੀ ਐਮਐਲਏ ਸੀ ਉਹਨਾਂ ਨੂੰ ਖੁੱਲੀ ਛੁੱਟੀ ਹੁੰਦੀ ਸੀ ਵੀ ਜੋ ਮਰਜ਼ੀ ਕਰੋ, ਕਹਿੰਦਾ ਮੇਰੇ ਮਗਰ ਨਾ ਜੋ ਮਰਜ਼ੀ ਕਰੋ। ਮਤਲਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਇਸ ਵੇਲੇ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਔਰ ਸਿਆਸੀ ਹਲਕਿਆਂ ਦੇ ਵਿੱਚ ਘੁੰਮਦਿਆਂ ਸਾਨੂੰ ਬਹੁਤ ਸਾਰੇ ਚਿਹਰੇ ਮਿਲਦੇ ਨੇ ਔਰ ਉਹ ਚਿਹਰੇ ਜਿਹੜੇ ਆਪੋ ਆਪਣੀ ਪਾਰਟੀ ਦੇ ਅੱਗੇ ਬੀਂਡੀ ਬਣ ਕੇ, ਇੰਜਣ ਬਣ ਕੇ ਉਸ ਨੂੰ ਅੱਗੇ ਖਿੱਚਣਾ ਚਾਹੁੰਦੇ ਨੇ। ਉਹਨਾਂ ਦੇ ਵਿੱਚੋਂ ਹੀ ਇੱਕ ਨੇ ਹਲਕਾ ਟਾਂਡਾ ਉੜਮੁੜ ਤੋਂ ਸ਼੍ਰੀ ਜਵਾਹਰ ਖੁਰਾਨਾ ਜੀ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਔਰ ਜ਼ਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਆਓ ਉਹਨਾਂ ਦੇ ਨਾਲ ਕੁਝ ਪਲ ਬਿਤਾਉਂਦੇ ਹਾਂ, ਮੁਲਾਕਾਤ ਕਰਦੇ ਹਾਂ। ਸਭ ਤੋਂ ਪਹਿਲਾਂ ਖੁਰਾਨਾ ਸਾਹਿਬ, ਸਾਡੇ ਇਸ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਨਮਸਕਾਰ ਜੀ। ਨਮਸਕਾਰ ਜੀ ਤੁਹਾਨੂੰ ਜੀ। ਖੁਰਾਨਾ ਸਾਹਿਬ ਕਹਿੰਦੇ ਨੇ ਕਿ ਜੁੱਤੀ ਕਸੂਰੀ ਪੈਰ ਨਾ ਪੂਰੀ, ਹਾਏ ਰੱਬਾ ਵੀ ਸਾਨੂੰ ਤੁਰਨਾ ਪਿਆ। ਭਾਰਤੀ ਜਨਤਾ ਪਾਰਟੀ ਨੂੰ ਹੁਣ ਵੱਡੇ ਪੱਧਰ ਤੇ, ਕਦੇ ਛੋਟਾ ਭਰਾ ਹੁੰਦਾ ਸੀ ਹੁਣ ਵੱਡਾ ਭਰਾ ਬਣ ਕੇ ਤੁਰਨਾ ਪੈ ਰਿਹਾ। ਕਿੱਦਾਂ ਦੇਖਦੇ ਹੋ ਇਸ ਸਾਰੀ ਸਿਆਸੀ ਹਲਚਲ ਨੂੰ? ਇਸ ਵਾਰ ਮੈਂ ਗੱਲ ਜਿੱਥੇ ਪੰਜਾਬ ਦੀ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੂਰੇ ਵਿਸ਼ਵ ਦੇ ਵਿੱਚ ਡੰਕਾ ਵੱਜ ਰਿਹਾ ਔਰ ਲਾਸਟ ਸਮੇਂ ਸਾਡੇ ਭਾਰਤੀ ਜਨਤਾ ਪੰਜਾਬ ਦੀ ਇੱਕ ਮੰਗ ਸੀਗੀ ਕਿ ਅਸੀਂ ਵੀ, ਸਾਨੂੰ ਵੀ ਮੌਕਾ ਮਿਲੇ ਤੇ ਅਸੀਂ ਇੱਕ ਵਾਰ ਵੱਖਰੇ ਇਲੈਕਸ਼ਨ ਲੜੀਏ। ਉਹ ਕੁਦਰਤੀ ਸਾਡਾ ਸਬੱਬ ਐਸਾ ਬਣ ਗਿਆ ਔਰ ਸਾਨੂੰ ਪੰਜਾਬ ਦੇ ਵਿੱਚ ਪਹਿਲੀ ਵਾਰੀ ਇੰਨੀਆਂ ਸੀਟਾਂ ਤੇ ਚੋਣ ਲੜਨ ਦਾ ਮੌਕਾ ਮਿਲਿਆ ਜੀ। ਔਰ ਇਹ ਸਾਰੀ ਸੈਂਟਰ ਦੀ ਦੇਣ ਹੈ ਔਰ ਸਭ ਨੂੰ, ਹਰ ਵਰਕਰ ਨੂੰ, ਹਰ ਪੰਜਾਬ ਦੇ ਵਿੱਚ ਬੀਜੇਪੀ ਦਾ ਚਾਹੇ ਲੀਡਰ ਹੈ ਚਾਹੇ ਵਰਕਰ ਹੈ, ਉਹਦੇ ਵਿੱਚ ਪੂਰਾ ਉਤਸ਼ਾਹ ਹੈ ਚੋਣਾਂ ਨੂੰ ਲੈ ਕੇ। ਔਰ ਤੁਹਾਨੂੰ ਪਤਾ ਹੀ ਹੈ ਕਿ ਰਾਤ ਜਿਹੜੀ ਸਾਡੀ ਅਨਾਉਂਸਮੈਂਟ ਹੋਈ ਹੈ ਟਿਕਟਾਂ ਦੀ, ਉਹਨੀ ਵੰਡ ਨੂੰ ਵੀ ਲੈ ਕੇ ਹਰ ਬੰਦਾ ਉਤਸ਼ਾਹਤ ਹੈ ਔਰ ਕਿਸੇ ਦੇ ਮਨ 'ਚ ਮਤਭੇਦ ਨਹੀਂ ਹੈ ਜੀ ਔਰ ਸਾਰੇ ਬੰਦੇ ਖੁਸ਼ ਹੈ ਜੀ। ਔਰ ਖਾਸ ਕਰਕੇ ਅਸੀਂ ਗੱਲ ਕਰੀਏ ਟਾਂਡੇ ਹਲਕੇ ਦੀ, ਤੇ ਸਾਡੇ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਹੜੇ ਸਾਡੇ ਉਮੀਦਵਾਰ ਸੀਗੇ ਉਹਨਾਂ ਨੂੰ ਬੀਜੇਪੀ ਔਰ ਲੋਕ ਦਲ ਕਾਂਗਰਸ ਵੱਲੋਂ ਟਿਕਟ ਮਿਲੀ ਹੈ ਔਰ ਲੋਕਾਂ ਦਾ ਅੱਜ ਉਤਸ਼ਾਹ ਬਹੁਤ ਜ਼ਿਆਦਾ ਹੈ। ਰਾਤ ਤੋਂ ਲੈ ਕੇ ਅੱਜ ਤੱਕ ਸਰਦਾਰ ਮਨਜੀਤ ਸਿੰਘ ਦਸੂਹਾ ਜੀ, ਜਿਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਪੂਰਾ ਸ਼ਹਿਰ ਦੇ ਵਿੱਚ ਮਾਹੌਲ, ਵਾਤਾਵਰਨ ਬਹੁਤ ਅੱਛਾ ਹੈ ਔਰ ਤਾਂਤਾ ਲੱਗਾ ਹੋਇਆ ਹੈ ਔਰ ਪਰਮਾਤਮਾ ਦੀ ਮਿਹਰ ਹੋਈ 100% ਤੇ ਜਿੱਤ ਕੇ ਜਾਣਗੇ ਔਰ ਹਲਕੇ ਦਾ ਨਾਮ ਰੋਸ਼ਨ ਕਰਨਗੇ ਜੀ। ਭਾਰਤੀ ਜਨਤਾ ਪਾਰਟੀ ਅੱਜ ਜੇਕਰ ਅਸੀਂ ਦੇਖੀਏ ਤਾਂ ਆਪਣੇ ਵੱਡੇ ਪੱਧਰ ਤੇ ਉਮੀਦਵਾਰ ਐਲਾਨ ਵੀ ਚੁੱਕੀ ਹੈ, ਹੱਲੇ ਹੋਰ ਵੀ ਐਲਾਨ ਹੋਣੇ ਬਾਕੀ ਨੇ। ਭਾਰਤੀ ਜਨਤਾ ਪਾਰਟੀ ਜੋ ਕਦੇ ਬਹੁਤ ਘੱਟ ਸੀਟਾਂ ਦੇ ਉੱਪਰ ਇਲੈਕਸ਼ਨ ਲੜਦੀ ਹੁੰਦੀ ਸੀ, ਜਦੋਂ ਮਾਸਟਰ ਮੋਹਲਾ ਜੀ ਕਹਿੰਦੇ ਹੁੰਦੇ ਸੀਗੇ ਕਿ ਇਕੱਲਿਆਂ ਇਲੈਕਸ਼ਨ ਲੜ ਲਓ, ਉਦੋਂ ਪਿੱਛੇ ਬੈਠੇ ਉਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਇੱਕ ਦੂਸਰੇ ਨੂੰ ਕੂਣੀਆਂ ਮਾਰਦੇ ਹੁੰਦੇ ਸੀ, ਯਾਰ ਮਾਸਟਰ ਜੀ ਕੀ ਕਹਿ ਗਏ। ਹੁਣ ਤੁਸੀਂ ਇਕੱਲੇ ਹੋ ਗਏ ਹੋ, ਹੁਣ ਇਲੈਕਸ਼ਨ ਲੜ ਵੀ ਰਹੇ ਹੋ ਵੱਡੇ ਪੱਧਰ ਤੇ, ਹੁਣ ਮਾਸਟਰ ਜੀ ਦਾ ਵਿਚਾਰਿਆਂ ਦਾ ਕਿਤੇ ਨਾਂ ਨਹੀਂ ਘੁੰਮਦਾ। ਚਲੋ ਸਮੇਂ ਦੀ ਦੇਖੋ ਜੀ ਗੱਲ ਹੁੰਦੀ ਹੈ ਪਾਰਟੀ ਦੇ ਵਿੱਚ। ਜਦੋਂ ਵੀ ਕਦੇ ਇਤਿਹਾਸ ਬਣਦਾ ਹੈ, ਜਿਹੜੇ ਵੀ ਬੰਦੇ, ਅਸੀਂ ਜੀ ਕੱਲ ਕਦੀ ਜ਼ਿਲ੍ਹਾ ਪ੍ਰਧਾਨ ਰਹੇ ਹਾਂ, ਸਾਡੇ ਤੋਂ ਬਾਅਦ ਨਵੇਂ ਆ ਗਏ, ਇਹ 'ਚ ਕੋਈ ਗੁੱਸਾ ਵੀ ਨਹੀਂ ਹੁੰਦਾ। ਸਮੇਂ ਦੀ ਗੱਲ ਹੈ ਜੀ। ਜਿੱਦਾਂ ਅਹੁਦੇਦਾਰੀ ਮਿਲਦੀ ਹੈ ਉਹ ਪੂਰੀ ਨਿਭਾਉਂਦਾ ਹੈ। ਮਾਸਟਰ ਜੀ ਨੇ ਵੀ ਆਪਣੇ ਟਾਈਮ 'ਚ ਬੀਜੇਪੀ ਦੇ ਪਠਾਨਕੋਟ ਤੋਂ ਐਮਐਲਏ ਰਹੇ, ਟਰਾਂਸਪੋਰਟ ਮਿਨਿਸਟਰ ਵੀ ਬਣੇ, ਫੋਰੈਸਟ ਮਿਨਿਸਟਰ ਵੀ ਬਣੇ ਔਰ ਉਹਨਾਂ ਨੇ ਆਪਣੇ ਟਾਈਮ 'ਚ ਬੜਾ ਅੱਛਾ ਕੰਮ ਕੀਤਾ। ਉਹਨਾਂ ਦੀ ਸੇਵਾਵਾਂ ਨੂੰ ਦੇਖਦੇ ਹੋਏ ਹੋ ਸਕਦਾ ਪਾਰਟੀ ਨੇ ਉਹਦੇ ਵਾਸਤੇ ਕੀ ਸੋਚਿਆ, ਬਹੁਤ ਅੱਛੇ ਅਹੁਦੇ ਤੇ ਉਹਨਾਂ ਨੂੰ ਲੈ ਕੇ ਜਾਣਗੇ, ਐਸੀ ਗੱਲ ਨਹੀਂ ਹੈ। ਬੀਜੇਪੀ ਇੱਕ ਐਸੀ ਪਾਰਟੀ ਹੈ ਜਿਹੜੀ ਕਿ ਘਰ ਦੇ ਵਿੱਚ ਨਹੀਂ ਵੜਦੀ। ਦਾ ਸੰਗਠਨ ਬਹੁਤ ਵਿਸ਼ਾਲ ਹੈ ਔਰ ਵਿਸ਼ਾਲ ਸੰਗਠਨ ਦੇ ਨਾਲ ਹੀ ਲੈ ਕੇ ਚੱਲੀਏ ਤੇ ਇੱਥੇ ਹਰ ਬੰਦੇ ਨੂੰ ਕਿਤੇ ਨਾ ਕਿਤੇ ਜ਼ਰੂਰ ਮੌਕਾ ਮਿਲਦਾ ਹੈ ਔਰ ਜਿਹੜਾ ਬੰਦਾ ਆਪਣੀ ਕਾਬਲੀਅਤ ਔਰ ਵਧੀਆ ਤਰੀਕੇ ਨਾਲ ਪਾਰਟੀ ਦਾ ਕੰਮ ਕਰਕੇ ਜਾਂਦਾ ਹੈ ਉਹਨੂੰ ਹਮੇਸ਼ਾ ਹੀ ਪਾਰਟੀ ਮਾਣ ਸਤਿਮਾਨ ਦਿੰਦੀ ਹੈ ਤੇ ਉਹਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਜੀ। ਤੇ ਹੁਣ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਦੇ ਤੁਹਾਡੇ ਹਲਕੇ ਟਾਂਡਾ ਉੜਮੁੜ ਦਾ ਕੀ ਹਾਲ ਆ? ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗਣਗੇ ਜਾਂ ਨਹੀਂ? ਅਸੀਂ ਜਿੱਥੇ ਤੱਕ ਟਾਂਡੇ ਹਲਕੇ ਦੀ ਗੱਲ ਹੈ, ਸਾਡਾ ਜਿਹੜਾ ਟਾਂਡਾ ਹਲਕਾ ਹੈ ਜ਼ਿਆਦਾ ਇੱਥੇ ਸਿੱਖ ਵਸੋਂ ਹੈ, ਕਿਸਾਨ
ਜੱਟ, ਸੈਣੀ, ਲੁਬਾਣਾ, ਹਿੰਦੂ, ਬਹੁਤ ਸਾਰੀਆਂ ਜਾਤਾਂ ਇੱਥੇ ਰਹਿੰਦੀਆਂ ਨੇ। ਜੀ। ਪਰ ਜਿੱਥੇ ਤੱਕ ਬੀਜੇਪੀ ਦੀ ਗੱਲ ਹੈ, ਸਾਡਾ ਸੰਗਠਨ ਇੱਥੇ ਬਹੁਤ ਮਜ਼ਬੂਤ ਹੈ। ਟਾਂਡੇ ਹਲਕੇ ਦੇ ਵਿੱਚ ਕਾਫੀ ਪਿੰਡਾਂ 'ਚ ਵੀ ਸਾਡੀ ਵੋਟ ਹੈ। ਸ਼ਹਿਰ ਦੇ ਵਿੱਚ ਜਿਹੜੇ 15 ਸਾਡੇ ਵਾਰਡ ਹੈ ਟਾਂਡੇ ਦੇ ਵਿੱਚ, ਇੱਕ ਮਿਊਨਿਸਪਲ ਕਮੇਟੀ ਨੂੰ ਗੜਦੀ ਵਾਲਾ ਪੈਂਦੀ ਹੈ, ਉੱਥੇ ਵੀ ਆਈ ਥਿੰਕ 11 ਵਾਰਡ ਉੱਥੇ ਨੇ। ਉੱਥੇ ਵੀ ਸਾਡਾ ਪੂਰਾ ਮਜ਼ਬੂਤ ਹੈ, ਬੀਜੇਪੀ ਦਾ ਆਧਾਰ ਹੈ। ਔਰ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਕੋਈ ਵੀ ਬੰਦਾ ਸਾਡਾ ਬੀਜੇਪੀ ਦਾ ਛੋਟੇ ਤੋਂ ਛੋਟਾ ਜਿਹੜਾ ਵਰਕਰ ਹੈ, ਜਿਹੜਾ ਆਖਰੀ ਦਮ ਵੀ ਘਰ ਵੀ ਬੈਠਾ ਹੈ, ਉਹਦੇ ਵੀ ਅੱਜ ਇੱਕ ਮਨ 'ਚ ਇੱਕ ਉਤਪੰਨ ਭਾਵਨਾ ਹੋਈ ਹੈ ਵੀ ਮੈਂ ਜਿਹੜਾ ਮਨਜੀਤ ਸਿੰਘ ਦਸੂਹਾ ਨੂੰ ਇਸ ਤੋਂ ਜਿਤਾ ਕੇ ਭੇਜਣਾ ਜੀ। ਔਰ ਅਵਸ਼ ਹਰ ਬੰਦਾ, ਹਰ ਵਰਕਰ ਸਾਡਾ, ਕੋਈ ਵੀ ਐਸਾ ਨਹੀਂ ਰਹੂਗਾ ਜਿਹੜਾ ਬੀਜੇਪੀ ਦੇ ਹੱਕ 'ਚ ਨਹੀਂ ਖੜਾ ਹੋਊਗਾ ਔਰ ਡਟ ਕੇ ਕੰਮ ਕਰੇਗਾ। ਜੀ। ਤੇ ਜਿਵੇਂ ਤੁਸੀਂ ਦੱਸਿਆ ਕਿ ਇਸ ਹਲਕੇ ਦੇ ਵਿੱਚ ਕਿਸਾਨ ਵੀ ਨੇ, ਕਿਸਾਨ ਤੁਹਾਡੇ ਕੋਲ ਨਾਰਾਜ਼ ਸੀ। ਬਿਲਕੁਲ ਠੀਕ ਹੈ। ਕਿਸਾਨ ਬਹੁਤ ਗੁੱਸੇ ਦੇ ਵਿੱਚ ਵੀ ਸੀਗੇ। ਹੁਣ ਕੀ ਸਮਝਦੀ ਹੈ ਭਾਰਤੀ ਜਨਤਾ ਪਾਰਟੀ ਕਿ ਭਾਵੇਂ ਖੇਤੀ ਕਾਨੂੰਨ ਵਾਪਸ ਹੋ ਗਏ ਨੇ, ਪਰ ਉਹ 100 ਜਿਹੜੇ ਕਿਸਾਨ ਇੱਕ ਮੁੱਠ ਹੋ ਕੇ ਜਿਹੜੇ ਬੈਠੇ ਸੀ ਦਿੱਲੀ ਦੀਆਂ ਸਰਹੱਦਾਂ ਦੇ ਉੱਪਰ, 750 ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਨੇ, ਕਿ ਉਹ ਸਿਰਫ ਇੰਨੇ ਨਾਲ ਕਿ ਖੇਤੀ ਬਿੱਲ ਵਾਪਸ ਹੋ ਗਏ ਖੁਸ਼ ਹੋ ਜਾਣਗੇ, ਮੰਨ ਜਾਣਗੇ, ਭਾਰਤੀ ਜਨਤਾ ਪਾਰਟੀ ਦੇ ਆਖੇ ਲੱਗ ਜਾਣਗੇ, ਪਰਚਾ ਲਓਗੇ ਉਹਨਾਂ ਨੂੰ? ਦੇਖੋ, ਜਿਹੜੀਆਂ ਸਭ ਤੋਂ ਪਹਿਲਾਂ ਤੁਸੀਂ ਕੁਐਸਚਨ ਕੀਤਾ ਨਾ ਜਾਨਾਂ ਜਾਣ ਵਾਲਾ, ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਦੁੱਖ ਹੈ। ਔਰ ਅਸੀਂ ਵੀ ਇਸ ਮਹਿਸੂਸ ਕਰਦੇ ਹਾਂ ਕਿ ਕੋਈ ਅੰਦੋਲਨ ਦੇ ਵਿੱਚ ਜੇ ਕਿਸੇ ਦੀ ਜਾਨ ਜਾਂਦੀ ਹੈ ਤਾਂ ਉਹਦੇ 'ਚ ਸਾਨੂੰ ਵੀ ਸਾਰਿਆਂ ਨੂੰ ਦੁੱਖ ਹੈ। ਜੀ। ਸਾਡੇ ਵੀ ਭਰਾ ਹੈ, ਇੱਥੋਂ ਟਾਂਡੇ ਤੋਂ ਹੀ ਸਾਡੇ ਭਰਾ ਗਏ ਹੈ। ਜੀ। ਅਸੀਂ ਵੀ ਉਹਨਾਂ ਨੂੰ ਦੇਖਿਆ, ਵਿਚਾਰੇ ਸਵੇਰੇ ਸ਼ਾਮ ਜਾਂਦੇ ਸੀ। ਪਰ ਉਹ ਜਿਹੜਾ ਅੰਦੋਲਨ ਸੀ, ਆਪਾਂ ਇਹ ਨਹੀਂ ਕਹਿ ਸਕਦੇ ਵੀ ਅੰਦੋਲਨ ਕਰਨਾ ਗਲਤ ਆ, ਪਰ ਜਿਹੜਾ ਵੀ ਇਨਸਾਨ ਅੰਦੋਲਨ ਕਰਦਾ ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਜਿਹੜੀਆਂ ਰੰਗਤ ਦੇ ਦਿੰਦੀਆਂ, ਉਹਦਾ ਨੁਕਸਾਨ ਕਿਤੇ ਨਾ ਕਿਸੇ ਨੂੰ ਹੁੰਦਾ ਹੈ। ਹੁਣ ਤੁਸੀਂ ਪਿੱਛੇ ਜੇ ਦੇਖਿਆ, ਚਾਹੇ ਉਹ 'ਚ ਸੁਖਬੀਰ ਜੀ ਸੀਗੇ, ਚਾਹੇ ਸਿੱਧੂ ਸਾਹਿਬ ਸੀਗੇ, ਚਾਹੇ ਚੰਨੀ ਜੀ ਸੀਗੇ, ਜਾਂ ਸਾਡੇ ਵੀ ਪੰਜਾਬ ਪ੍ਰਧਾਨ ਜਾਂ ਸਾਡੇ ਸੋਮ ਪ੍ਰਕਾਸ਼ ਜੀ ਜਿਹੜੇ ਸੈਂਟਰ 'ਚ ਮਿਨਿਸਟਰ ਰਹੇ ਆ, ਉਹ ਵੀ ਕਿਤੇ ਨਾ ਕਿਤੇ ਜਾਂਦੇ, ਉਹਨਾਂ ਨੂੰ ਕਿਸਾਨਾਂ ਦਾ ਸਾਹਮਣਾ ਕਰਨਾ ਪਿਆ। ਉਹ ਸਾਰੀਆਂ ਪਾਰਟੀਆਂ ਨੂੰ ਨਾ ਕਰਨਾ ਪਿਆ। ਪਰ ਮੋਦੀ ਜੀ ਦਾ ਵਿਸ਼ਾਲ ਹਿਰਦਾ, ਅੱਜ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਦੰਗੇ ਹੋਏ 1984 ਦੇ ਵਿੱਚ। ਜਦੋਂ 1984 'ਚ ਦੰਗੇ ਹੋਏ, ਉਦੋਂ ਬਾਅਦ ਸਰਕਾਰਾਂ ਬਣੀਆਂ, ਸੈਂਟਰ 'ਚ ਵੀ ਬਣੀਆਂ ਔਰ ਪੰਜਾਬ 'ਚ ਵੀ ਬਣੀਆਂ। 2 ਵਾਰ CM ਸਾਹਿਬ, ਕੈਪਟਨ ਸਾਹਿਬ ਵੀ ਰਹਿ ਚੁੱਕੇ, ਚੰਨੀ ਜੀ ਵੀ ਰਹੇ ਹੁਣ। ਔਰ ਇਸ ਤੋਂ ਪਹਿਲਾਂ ਸੈਂਟਰ 'ਚ 10 ਸਾਲ ਮਨਮੋਹਨ ਸਿੰਘ ਜੀ ਵੀ ਰਹੇ। 84 ਤੋਂ ਬਾਅਦ ਜਿੰਨੀ ਵਾਰੀ ਵੀ ਕਾਂਗਰਸੀ ਸਰਕਾਰ ਬਣੀ, ਇੰਨੀ ਦੁਨੀਆ ਬੇਤਹਾਸ਼ਾ ਲੋਕ, ਸਾਡੇ ਭਰਾ ਵੀਰ ਮਾਰੇ ਗਏ, ਜਿਨ੍ਹਾਂ ਦਾ ਸਾਨੂੰ ਦੁੱਖ ਹੈ। ਔਰ ਅਸੀਂ ਮਹਿਸੂਸ ਵੀ ਕਰਦੇ ਹਾਂ ਕਿ ਉਹ ਗਲਤ ਕੰਮ ਹੋਇਆ। ਕਿਸੇ ਨੇ ਅੱਜ ਤੱਕ ਉਸ ਟੌਪਿਕ ਤੇ ਮਾਫੀ ਤੱਕ ਨਹੀਂ, ਕਿਸੇ ਕਾਂਗਰਸ ਦੇ ਇੱਕ ਲੀਡਰ ਨੇ ਜਾਂ ਕਿਸੇ ਵੀ ਬੰਦੇ ਨੇ ਅੱਜ ਤੱਕ ਨਹੀਂ ਕਿਹਾ। ਚਾਹੇ ਉਹ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਹੋਇਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਾਡਾ ਉਹ ਇੱਕ ਧੁਰਾ ਹੈ ਜਿੱਥੇ ਅਸੀਂ ਉਹਨੂੰ ਨਮਸਤਕ ਹੁੰਦੇ ਹਾਂ ਔਰ ਸਿਰ ਝੁਕਦਾ ਸਾਡਾ। ਜੀ। ਉੱਥੇ ਵੀ ਹਮਲਾ ਹੋਇਆ, ਅੱਜ ਤੱਕ ਕਿਸੇ ਨੇ ਮਾਫੀ ਨਹੀਂ ਮੰਗੀ। ਹਜ਼ਾਰਾਂ ਬੰਦੇ ਦਰੋਸ਼, ਕਿਸੇ ਨੇ ਉਹਦਾ ਕੋਈ ਹੱਲ ਨਹੀਂ ਕੱਢਿਆ। ਮੋਦੀ ਜੀ ਨੇ ਅਗਰ ਕਿਸਾਨ ਅੰਦੋਲਨ ਹੋਇਆ, ਉਹਨਾਂ ਨੇ ਕਿੱਡੇ ਭਾਵਨਾ ਨਾਲ ਪਹਿਲਾਂ ਮਾਫੀ ਮੰਗੀ ਵੀ ਮੈਂ ਆਪਣੇ ਤਹਿ ਦਿਲ ਤੋਂ, ਉਹਨਾਂ ਦਾ ਤੁਸੀਂ ਸੁਣਿਆ ਸਾਰੇ ਮੀਡੀਆ 'ਚ ਉਹ ਹੋਇਆ, ਮਾਫੀ ਮੰਗੀ ਕਿ ਮੈਂ ਮਾਫੀ ਮੰਗਦਾ ਕਿ ਅਸੀਂ ਕਿਸਾਨਾਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ। ਹਾਂ, ਸਮਝ ਨਹੀਂ ਸਕੇ ਔਰ ਸਮਝਾ ਵੀ ਨਹੀਂ ਸਕੇ, ਜੋ ਵੀ ਉਹਨਾਂ ਦੀ ਵਰਡਿੰਗ ਸੀ। ਔਰ ਬਹੁਤ ਅੱਛੀ ਵਰਡਿੰਗ ਸੀ ਉਹਨਾਂ ਦੀ, ਬੜੀ ਭਾਵਕ ਹੋ ਕੇ। ਇਹ ਨਹੀਂ ਵੀ ਉਹਨਾਂ ਨੇ ਫਾਰਮੈਲਿਟੀ ਕੀਤੀ ਹੈ, ਬੜੇ ਭਾਵਕ ਹੋ ਕੇ ਉਹਨਾਂ ਨੇ ਬਿੱਲ ਜਿਹੜੇ ਵਾਪਸ ਲੈ ਲਏ। ਹੁਣ ਆ ਗਈ ਕਿਸਾਨਾਂ ਦੀ ਗੱਲ। ਜੇ ਕਿਸਾਨਾਂ ਨੂੰ ਉਹਨਾਂ ਨੇ ਉਸੇ ਤਰ੍ਹਾਂ ਜਿਹੜਾ ਕਿਸਾਨ ਨਿਧੀ ਯੋਜਨਾ ਚੱਲਦੀ ਵੀ ਸਾਡੀ 2-2 ਹਜ਼ਾਰ ਰੁਪਇਆ ਪਾਉਂਦੇ ਆ, ਉਹ ਪ੍ਰੋਪਰ ਉਦਾਂ ਹੀ ਫੇਰ ਆ ਰਿਹਾ। ਉਹਨਾਂ ਨੇ ਜਿਹੜਾ ਫਿਰੋਜ਼ਪੁਰ ਇੱਕ ਰੈਲੀ ਰੱਖੀ ਸੀ, ਉਹ ਬਦਕਿਸਮਤੀ ਨਾਲ ਚੰਨੀ ਸਰਕਾਰ ਨੇ ਉਹ ਰੈਲੀ ਨਹੀਂ ਹੋਣ ਦਿੱਤੀ। ਇਹਨਾਂ ਨੂੰ ਸਾਰਾ ਛੇੜਯੰਤਰ ਤੁਹਾਨੂੰ ਪਤਾ ਹੀ ਆ ਵੀ DGP ਸਾਹਿਬ ਕੀ ਕਰਦੇ ਰਹੇ, ਪੁਲਿਸ ਨੇ ਕੀ ਕੀਤਾ, ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ। ਉਹ ਸਭ ਨੂੰ ਦੇਖਦਿਆਂ ਹੋਇਆ ਉਹ ਰੈਲੀ 'ਚ ਮੋਦੀ ਸਾਹਿਬ ਨਹੀਂ ਪਹੁੰਚ ਸਕੇ ਔਰ ਬੜਾ ਦੁਰਭਾਗਿਆ ਹੈ ਪੰਜਾਬ ਵਾਸਤੇ। ਜਾਂ ਪਹੁੰਚਣਾ ਨਹੀਂ ਸੀ ਚਾਹੁੰਦੇ? ਨਹੀਂ, ਪਹੁੰਚਣਾ ਕਿਉਂ ਨਹੀਂ ਚਾਹੁੰਦੇ? ਉਹ ਤਾਂ ਆਏ ਇਸੇ ਵਾਸਤੇ ਸੀ, ਰੈਲੀ 'ਚ ਜਾਣ ਵਾਸਤੇ। ਕਿਉਂਕਿ ਕਹਿੰਦੇ ਬਾਰਿਸ਼ ਕਰਕੇ ਬਹੁਤ ਵੱਡੇ ਪੱਧਰ ਤੇ ਜਿਹੜੇ ਪ੍ਰਬੰਧ ਸੀਗੇ ਉਹ ਅਸਫਲ ਹੋ ਗਏ। ਨਹੀਂ, ਤੁਸੀਂ ਰਾਹ 'ਚ ਦੇਖਿਆ ਹੋਣਾ। ਮੈਂ ਇੱਥੋਂ ਜਦੋਂ ਟਾਂਡੇ ਤੋਂ ਸਵੇਰੇ ਚੱਲੇ ਹਾਂ, ਅਸੀਂ ਆਪਣਾ ਕਾਫਲਾ ਲੈ ਕੇ ਇੱਥੋਂ ਬੱਸਾਂ ਦਾ, ਮੈਂ ਰਾਹ 'ਚ ਜਲੰਧਰ ਪਹਿਲਾਂ ਦੇਖਿਆ, ਉੱਥੇ ਲੋਕਾਂ ਨੇ ਰੋਕਿਆ ਹੋਇਆ ਸੀ। ਸਾਡੇ ਕੀ ਆ, ਸਾਡੇ ਮੈਜੋਰਟੀ ਲੋਕ ਚਾਹੁੰਦੇ ਸੀ ਵੀ ਸਾਡੀ ਕਿਸੇ ਝਗੜੇ 'ਚ ਨਾ ਪਈਏ, ਕਿਸੇ ਵਿਵਾਦ 'ਚ ਨਾ ਪਈਏ। ਜਿੱਥੇ ਮੋਦੀ ਜੀ ਆਏ, ਮੈਂ ਵੀ ਉਸ ਥਾਂ ਤੇ ਸੀਗਾ, ਉੱਥੇ ਸੈਂਕੜਾ ਹੀ ਬੱਸਾਂ ਭਾਜੀ ਖੜੀਆਂ ਸੀ ਜਿਹੜੀਆਂ ਕਿ ਉੱਥੇ ਰੋਕ ਦਿੱਤੀਆਂ ਗਈਆਂ। ਜੋ ਜਾਣ ਦਿੰਦੇ, ਜੇ ਮੰਨ ਲਓ ਇਹਨਾਂ ਨੂੰ ਲੱਗਦਾ ਸੀ ਉੱਥੇ ਕੁਰਸੀਆਂ ਖਾਲੀ ਦਿਖਾਉਂਦੇ ਆ ਤੁਹਾਡੇ ਕਹਿਣ ਦੇ ਮੁਤਾਬਕ, ਤੇ ਸਾਨੂੰ ਦਿਖਾਉਣ ਦਿੰਦੇ ਕੁਰਸੀਆਂ ਖਾਲੀ। ਸਾਨੂੰ ਰੋਕਿਆ ਕਿਉਂ? ਨਾਲੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਪੱਲੇ ਕੀ ਹੈ, ਤੇ ਸਰਕਾਰ ਨੂੰ ਵੀ ਪਤਾ ਲੱਗ ਜਾਂਦਾ। ਸਰਕਾਰ ਨੂੰ ਵੀ ਪਤਾ ਲੱਗ ਜਾਂਦਾ ਵੀ BJP ਦੇ ਪੱਲੇ ਕੁਝ ਨਹੀਂ, ਔਰ ਸੈਂਟਰ ਨੂੰ ਵੀ ਪਤਾ ਲੱਗ ਜਾਂਦਾ। ਇਹਨਾਂ ਦੇ ਜਾਣਬੁੱਝ ਕੇ, ਜਿੱਦਾਂ ਹੁਣ ਪਠਾਨਕੋਟ ਤੋਂ ਅਸ਼ਨੀ ਸ਼ਰਮਾ ਜੀ ਬੱਸਾਂ ਲੈ ਗਏ
ਸੈਂਕੜੇ ਦਾ ਕਾਫਲਾ ਉੱਥੋਂ ਗਿਆ ਬੱਸਾਂ ਦਾ, ਉਹਨੂੰ ਕੱਥੂ ਨਗਰ ਰੋਕ ਲਿਆ। ਅੱਗੇ ਅੰਮ੍ਰਿਤਸਰ ਵਾਲਿਆਂ ਨੂੰ ਮੋਗਾ ਨਹੀਂ ਪਾਰ ਕਰਨ ਦਿੱਤਾ, ਤਰਨਤਾਰਨ ਨਹੀਂ ਪਾਰ ਕੀਤਾ। ਠੀਕ ਹੈ, ਜਿਹੜੀ ਗੁਰਦਾਸਪੁਰ ਦੀਆਂ ਸਾਡੀਆਂ ਬੱਸਾਂ ਗਈਆਂ ਉਹਨਾਂ ਨੂੰ ਵੀ ਤਰਨਤਾਰਨ ਲਾਗੇ ਰੋਕ ਲਿਆ ਗਿਆ। ਸਾਡੇ ਟਾਂਡਾ, ਦਸੂਹਾ, ਮਕੇਰੀਆਂ, ਹੁਸ਼ਿਆਰਪੁਰ ਤੋਂ ਜਿੰਨੀ ਬੱਸ ਗਈ ਹੈ, ਕਿਸੇ ਨੂੰ ਮੋਗੇ ਤੋਂ ਪਹਿਲਾਂ ਰੋਕ ਲਿਆ, ਕਿਸੇ ਨੂੰ ਬਿਲਕੁਲ ਫਿਰੋਜ਼ਪੁਰ ਤੋਂ 15-20 ਕਿਲੋਮੀਟਰ ਰੋਕ ਲਿਆ। ਅਗਰ ਉਹ ਕਾਫਲਾ ਜਾਂਦਾ ਤਾਂ ਆਪਣੇ ਆਪ ਰਸ਼ ਸੀ, ਪੂਰਾ ਰਸ਼ ਸੀ। ਰੈਲੀ ਤਾਂ ਉਹ ਭਰਨੀ ਇੰਨੀ ਸੀ ਵੀ ਲੋਕਾਂ ਤੋਂ ਉਤਸ਼ਾਹ ਹੀ ਇੰਨਾ ਸੀ। ਤੁਸੀਂ ਬੱਸਾਂ ਦੇ ਵਿੱਚ ਬਾਹਰ ਲੋਕ ਖੜੇ ਦੇਖੋ ਕਿੰਨੇ ਲੋਕ ਸੀ। ਚਲੋ ਉਹ ਰੈਲੀ ਕਿਸੇ ਵੀ ਤਰੀਕੇ ਦੇ ਨਾਲ ਅਸਫਲ ਹੋ ਗਈ, ਆਪਾਂ ਨੂੰ ਕਹਿ ਸਕਦੇ ਹਾਂ। ਪਰ ਜੇ ਅਸਫਲ ਨਹੀਂ ਹੋਈ, ਹਾਂ, ਉਹ ਬਿਲਕੁਲ ਕਾਮਯਾਬ ਰਹੇ ਅਸੀਂ। ਰੈਲੀ ਕਦੇ ਇਹਨਾਂ ਨੇ ਆਪਣਾ ਕੀਤਾ, ਪਰ ਉੱਥੇ ਪ੍ਰਧਾਨ ਮੰਤਰੀ ਸਾਹਿਬ ਪਹੁੰਚ ਨਹੀਂ ਨਾ ਸਕੇ। ਚਲੋ ਉਹ ਫਿਰ ਇਹਨਾਂ ਦੀ ਨਾਕਾਮੀ ਹੈ ਨਾ ਕਿ ਸੈਂਟਰ ਸਰਕਾਰ ਦੀ ਸੌਰੀ ਪੰਜਾਬ ਸਰਕਾਰ ਦੀ, ਚੰਨੀ ਸਰਕਾਰ ਦਾ ਹੀ ਸਾਰਾ ਦੋਸ਼ ਹੈ ਜਿਹਨਾਂ ਨੇ ਨਹੀਂ ਕੀਤਾ ਇਹ ਇਹਨਾਂ ਨੇ। ਚਲੋ ਉਹਦੇ ਵਾਸਤੇ ਜਾਂਚ ਕਮੇਟੀ ਬਣੀ ਹੋਈ ਹੈ, ਜੋ ਵੀ ਜਾਂਚ ਦਾ ਵਿਸ਼ਾ ਹੈਗਾ, ਜੋ ਵੀ ਸਾਹਮਣੇ ਆਊਗਾ, ਸਾਹਮਣੇ ਆਪਾਂ ਚੀਜ਼ ਬਾਹਰ ਆਈ ਨਹੀਂ ਜੀ। ਤੇ ਹੁਣ ਅਸੀਂ ਗੱਲ ਕਰਦੇ ਕੀ ਹੁਣ ਜਿਹੜਾ ਹੁਣ ਇਸ ਵੇਲੇ ਚੋਣਾਂ ਦਾ ਦੌਰ ਹੈ, ਤੁਹਾਡਾ ਆਪਣਾ ਜਿਹੜਾ ਹਲਕਾ ਆ ਟਾਂਡਾ ਜਿਹੜਾ ਆ, ਉੱਥੇ ਹੁਣ ਜਿਹੜਾ ਤੁਸੀਂ ਆਪਣੇ ਸਾਰੇ ਅਲਾਈਅੰਸ ਜੋ ਤੁਹਾਡੇ ਗਰੁੱਪ ਨੇ ਉਹਨਾਂ ਵੱਲੋਂ ਇੱਕ ਸਾਂਝਾ ਉਮੀਦਵਾਰ ਮਨਜੀਤ ਸਿੰਘ ਦਸੂਹਾ ਦੇਤਾ ਹੈ। ਠੀਕ, ਮਨਜੀਤ ਸਿੰਘ ਦਸੂਹਾ ਦੀ ਪਰਫਾਰਮੈਂਸ ਤੁਹਾਡੀ ਨਜ਼ਰ ਦੇ ਵਿੱਚ ਕੀ ਹੋਏਗੀ? ਕੀ ਇੱਥੇ ਤੁਹਾਡਾ ਆਪਣਾ ਇੱਕ ਕੈਂਡੀਡੇਟ ਕੁਝ ਕ੍ਰਿਸ਼ਮਾ ਕਰਕੇ ਦਿਖਾਏਗਾ? ਦੇਖੋ ਜੀ, ਜਿੱਥੇ ਤੱਕ ਸਾਡੇ ਹਲਕੇ ਦੀ ਗੱਲ ਹੈ, ਸਰਦਾਰ ਮਨਜੀਤ ਸਿੰਘ ਜੀ ਦਸੂਹਾ ਜਿਹਨਾਂ ਨੂੰ ਟਿਕਟ ਮਿਲੀ ਹੈ, ਇੱਕ ਬਹੁਤ ਸਮਾਜ ਸੇਵੀ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਜ਼ਮੀਨੀ ਪੱਧਰ ਤੋਂ ਉੱਠੇ, ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ, ਜਿੱਥੇ ਉਹਨਾਂ ਨੇ ਆਪਣਾ ਪਹਿਲਾਂ ਇੱਥੇ ਵੀ ਨੌਕਰੀ ਵੀ ਕੀਤੀ ਪੰਜਾਬ 'ਚ। ਨੌਕਰੀ ਕਰਨ ਤੋਂ ਬਾਅਦ ਇਹਨਾਂ ਨੇ ਆਪਣਾ ਬਿਜ਼ਨਸ ਵੀ ਕੀਤਾ ਔਰ ਫਿਰ ਕਾਫੀ ਲੰਬਾ ਸਮਾਂ ਅਮਰੀਕਾ ਦੇ ਵਿੱਚ ਰਹੇ ਔਰ ਇਹਨਾਂ ਦਾ ਪਰਿਵਾਰ ਵੀ ਸਾਰਾ ਉੱਥੇ ਹੈ। ਉੱਥੇ ਵੀ ਇੱਕ ਬਹੁਤ ਸਫਲ ਬਿਜ਼ਨਸਮੈਨ ਕਹਿ ਸਕਦੇ ਆਪਾਂ, ਅੱਜ ਵੀ ਹੈ। ਉਹਨਾਂ ਦਾ ਪਰਿਵਾਰ ਅੱਜ ਵੀ ਉੱਥੇ ਬਿਜ਼ਨਸ ਕਰਦਾ ਹੈ ਔਰ ਇਹਨਾਂ ਦਾ ਮਨ ਦਾ ਇੱਕ ਲਗਾਅ ਸੀ ਕਿ ਅੱਜ ਮੇਰੇ ਕੋਲ ਇੰਨਾ ਪੈਸਾ ਹੋ ਗਿਆ ਜਾਂ ਪਰਮਾਤਮਾ ਦੀ ਮੇਰੇ 'ਤੇ ਬੜੀ ਕਿਰਪਾ ਹੈ ਤੇ ਮੈਂ ਪੰਜਾਬ ਦੇ ਵਿੱਚ ਜਾ ਕੇ, ਆਪਣੇ ਦੇਸ਼ ਦੇ ਵਿੱਚ ਜਾ ਕੇ, ਆਪਣੇ ਜਿੱਥੇ ਰਹਿੰਦੇ ਅਸੀਂ, ਜਨਮ ਸਾਡੀ ਧਰਤੀ ਹੈ, ਉੱਥੇ ਆ ਕੇ ਕੋਈ ਕਾਰੋਬਾਰ ਸ਼ੁਰੂ ਕੀਤਾ। ਜਿੱਥੇ ਆਪਾਂ ਅੱਜ ਦੇਖਦੇ ਹਾਂ ਟਾਂਡੇ ਵਿੱਚ ਗ੍ਰੇਟ ਪੰਜਾਬ ਇਹਨਾਂ ਨੇ ਬਣਾਇਆ, ਬਥੇਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਔਰ ਉਸ ਦੇ ਨਾਲ ਇੱਥੇ ਦਾ ਬਿਜ਼ਨਸ ਵੀ ਚੱਲਿਆ। ਔਰ ਉਹਦੇ ਨਾਲ ਨਾਲ ਉਹਨਾਂ ਨੇ ਇੱਕ ਆਪਣੇ ਮਨ 'ਚ ਛਵੀ ਬਣਾਈ ਸੀ ਕਿ ਮੈਂ, ਪਰਮਾਤਮਾ ਨੇ ਮੈਨੂੰ, ਹਰ ਇਨਸਾਨ ਨੂੰ ਦੇਖੋ ਪੈਸਾ ਹੈਗਾ ਪਰ ਦਾਨ ਕਰਨਾ ਜਾਂ ਕਿਸੇ ਨੂੰ ਦੇਣਾ ਬੜਾ ਔਖਾ ਆ, ਬਗੈਰ ਸਵਾਰਥ ਤੋਂ। ਉਹ ਦਿਲ ਨਾ ਹੁੰਦਾ, ਹਾਂ, ਬਗੈਰ ਸਵਾਰਥ ਤੋਂ। ਫਿਰ ਇਹਨਾਂ ਨੇ ਬਗੈਰ ਸਵਾਰਥ ਤੋਂ ਸਰਦਾਰ ਮਨਜੀਤ ਸਿੰਘ ਦਸੂਹਾ ਜੀ ਨੇ, ਮੇਰਾ ਖਿਆਲ ਸਾਡੇ ਇਲਾਕੇ 'ਚ ਕੋਈ ਪਿੰਡ ਐਸਾ ਨਹੀਂ ਹੋਏਗਾ ਟਾਂਡੇ ਹਲਕੇ ਦਾ, ਬਾਹਰਲੇ ਹਲਕੇ 'ਚ ਵੀ ਲਾ ਲਓ ਆਪਾਂ, ਪਹਿਲਾਂ ਆਪਾਂ ਟਾਂਡੇ ਹਲਕੇ ਦੀ ਗੱਲ ਕਰਦੇ ਹਾਂ। ਮੇਰਾ ਖਿਆਲ ਹੈ ਕੋਈ ਟਾਂਡੇ ਹਲਕੇ ਦਾ ਕੋਈ ਐਸਾ ਪਿੰਡ ਨਹੀਂ ਹੋਏਗਾ ਜਿੱਥੇ ਇਹਨਾਂ ਨੇ ਕੋਈ ਸ਼ਗਨ ਸਕੀਮ ਇੱਕ ਚਲਾਈ ਸੀ ਇਹਨਾਂ ਨੇ, ਜਿੱਥੇ ਗਰੀਬ ਬੱਚਿਆਂ ਦੇ ਵਿਆਹਾਂ ਵਾਸਤੇ ਜਾਂ ਕਿਸੇ ਦਾ ਘਰ ਹੈ, ਕੋਈ ਲੋੜਵੰਦ ਹੈ, ਕੋਈ ਰਾਸ਼ਨ ਦੀ ਲੋੜ ਹੈ। ਕਰੋਨਾ ਕਾਲ 'ਚ ਤਾਂ ਬਹੁਤ ਲੋਕਾਂ ਨੇ ਦਿੱਤਾ, ਇਹਨਾਂ ਨੇ ਤਾਂ ਕਈ ਸਾਲ ਹੋ ਗਏ ਆ ਜਦੋਂ ਵੀ ਇੱਥੇ ਟਾਂਡੇ ਆਏ ਆ। ਐਵਰੇਜ ਮੇਰੇ ਹਿਸਾਬ ਨਾਲ ਰੋਜ਼ ਕਿਸੇ ਨਾ ਕਿਸੇ ਨੂੰ 5100 11,000 ਰੁਪਇਆ ਸ਼ਗਨ ਦਿੰਦੇ ਆ ਔਰ ਉਹਦੇ ਕਰਕੇ ਲੋਕਾਂ ਦਾ ਇੱਕ ਰੁਝਾਨ ਇਹਨਾਂ ਪ੍ਰਤੀ ਬਣ ਗਿਆ ਔਰ ਸਾਰੇ ਲੋਕਾਂ ਦੀ ਇਹ ਡਿਮਾਂਡ ਹੋ ਗਈ ਕਿ ਤੁਸੀਂ ਇਲੈਕਸ਼ਨ ਲੜੋ ਜੀ। ਉਹਨਾਂ ਦੀ ਡਿਮਾਂਡ ਨੂੰ ਮੈਂ ਕਹਿੰਦਾ ਧਿਆਨ 'ਚ ਰੱਖਦੇ ਇਹਨਾਂ ਨੇ। ਇਹ ਤਾਂ ਡਿਮਾਂਡ ਹੋ ਗਈ ਕਿ ਇਲੈਕਸ਼ਨ ਲੜੋ। ਤੁਹਾਡੇ ਨਹੀਂ ਦਿਲ ਦੇ ਵਿੱਚ ਖਿਆਲ ਆਇਆ, ਖੁਰਾਣਾ ਸਾਹਿਬ ਤੁਸੀਂ ਵੀ ਤਾਂ ਵਧੀਆ ਅਹੁਦਿਆਂ 'ਤੇ ਰਹੇ ਹੋ, ਜ਼ਿਲ੍ਹਾ ਯੋਜਨਾ ਬੋਰਡ ਦੇ ਤੁਸੀਂ ਚੇਅਰਮੈਨ ਰਹੇ ਹੋ, ਤੁਹਾਡੇ ਨਹੀਂ ਦਿਲ ਦੇ ਵਿੱਚ ਖਿਆਲ ਆਇਆ ਕਿ ਜੇ ਹੁਣ ਭਾਰਤੀ ਜਨਤਾ ਪਾਰਟੀ ਇਕੱਲੇ ਲੜ ਰਹੀ ਹੈ, ਖੁਰਾਣਾ ਸਾਹਿਬ ਚਲੋ ਲਾਓ ਤੁਸੀਂ ਵੀ ਟੋਲ? ਨਹੀਂ, ਟੋਲ ਤਾਂ ਨਹੀਂ, ਪਾਰਟੀ ਬੜਾ ਚਾਹੁੰਦੀ ਸੀ, ਮੈਂ ਵੀ ਚਾਹੁੰਦਾ ਸੀ, ਪਰ ਮੈਨੂੰ ਲੱਗਾ ਵੀ ਇਹ ਮੇਰੇ ਤੋਂ ਬਿਹਤਰ ਕੈਂਡੀਡੇਟ ਹੈ, ਸਾਬਤ ਹੋਣਗੇ, ਜਿੱਤਣ ਦੀ ਆਸ ਹੈ। ਵੈਸੇ ਇਦਾਂ ਸਿਆਸਤਦਾਨ ਸੋਚਦੇ ਨਹੀਂ ਕਿ ਮੇਰੇ ਤੋਂ ਬਿਹਤਰ ਕੋਈ ਹੋਊਗਾ। ਮੇਰੀ ਕੋਈ ਇਦਾਂ ਦੀ ਰੁਚੀ ਨਹੀਂ ਹੈ। ਮੇਰਾ ਮਨ ਕਰਦਾ ਸੀ, ਮੈਂ ਆਪਣੇ ਮਨੋਂ ਕਹਿੰਦਾ, ਇਹ ਸਾਡੀ ਪਾਈ ਹਾਈ ਕਮਾਂਡ ਨੇ ਵੀ ਕਿਹਾ ਸੀ ਔਰ ਅੱਜ ਵੀ ਸਾਰੇ ਕਹਿੰਦੇ ਸੀ ਵੀ ਜਵਾਹਰ ਜੀ ਨੇ ਇਲੈਕਸ਼ਨ ਲੜਨਾ। ਸਾਰਿਆਂ ਲੋਕਾਂ ਨੂੰ ਇਹੀ ਪਤਾ ਸੀ ਵੀ ਟਾਂਡੇ ਤੋਂ ਸਿਰਫ ਜਵਾਹਰ ਖੁਰਾਣਾ ਜੀ ਹੈ ਜਿਹੜੇ ਇਲੈਕਸ਼ਨ ਲੜਨਗੇ, ਪਰ ਮੈਨੂੰ ਇਹ ਮਹਿਸੂਸ ਹੋਇਆ ਵੀ ਇਹ ਬਿਹਤਰ ਕੈਂਡੀਡੇਟ ਹੈ। ਸਾਨੂੰ ਸਭ ਤੋਂ ਜ਼ਰੂਰੀ ਹੈ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣਾ। ਜੇ ਮੈਨੂੰ ਲੱਗਦਾ ਮੈਂ ਹਾਰਦਾ ਤੇ ਮੈਂ ਆਪਣੇ ਮੈਦਾਨ 'ਚੋਂ ਪਿੱਛੇ ਹੋ ਕੇ ਦੂਸਰੇ ਬੰਦੇ ਨੂੰ ਕਹਿਣਾ ਵੀ ਜਿੱਤਣ ਵਾਲਾ ਤੈਨੂੰ ਦੇ ਦਿਓ, ਉਹ 'ਚ ਕੋਈ ਮੈਨੂੰ ਕੋਈ ਮਨ ਦੀ ਹੈ ਨਹੀਂ ਇੱਛਾ ਇੱਦਾਂ ਦੀ। ਜੇ ਸਾਡੀ ਸਰਕਾਰ ਬਣ ਜਾਏਗੀ, ਬੜੇ ਅਹੁਦੇ ਹੁੰਦੇ ਸਰਕਾਰ 'ਚ, ਜੇ ਅੱਗੇ ਸਾਡੀ ਸਰਕਾਰ ਬਣੀ ਸੀ ਅਹੁਦਾ ਲੈ ਲਿਆ ਜੀ, ਕੋਈ ਗੱਲ। ਅੱਛਾ ਦੇਖੋ, ਹੁਣ ਗੱਲ ਇਹ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਬਣੇ, ਓਵਰਆਲ ਪਰਫਾਰਮੈਂਸ ਤੁਹਾਡੀ ਪੰਜਾਬ ਦੇ ਵਿੱਚ, ਕਿਉਂਕਿ ਵੈਸੇ ਤਾਂ ਸਾਰੇ ਕਹਿੰਦੇ ਹੁੰਦੇ ਕਿ ਸਾਡੀ ਸਰਕਾਰ ਬਣ ਰਹੀ ਹੈ, ਇਮਾਨਦਾਰੀ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਪਰਫਾਰਮੈਂਸ ਜਿਹੜੀ ਹੈ, ਬਾਕੀ ਵੀ ਪਾਰਟੀਆਂ ਨੇ, ਤੁਹਾਡੀ ਪਰਫਾਰਮੈਂਸ ਕਿਹੋ ਜਿਹੀ ਰਹਿ ਜੂਗੀ? ਕਿ ਜਿਹੋ ਜਿਹਾ ਪਹਿਲਾਂ ਤੁਸੀਂ ਪਰਫਾਰਮੈਂਸ ਕਰਦੇ ਰਹੇ ਹੋ, ਦਿੰਦੇ ਰਹੇ ਹੋ ਸ਼੍ਰੋਮਣੀ ਅਕਾਲੀ ਦੇ ਨਾਲ ਰਲ ਮਿਲ ਕੇ, ਉਸ ਤਰ੍ਹਾਂ ਦੀ ਰਹੇਗੀ ਜਾਂ ਉਸ ਤੋਂ ਬਿਹਤਰ ਹੋਏਗੀ? ਉਸ ਤੋਂ ਬਹੁਤ ਜ਼ਿਆਦਾ ਬਿਹਤਰ। ਤੁਹਾਨੂੰ ਪਤਾ ਹੋਣਾ ਚਾਹੀਦਾ, ਜਦੋਂ ਸਾਡੇ ਅਵਿਨਾਸ਼ ਰਾਏ ਖੰਨਾ ਜੀ ਸਟੇਟ ਪ੍ਰੈਜ਼ੀਡੈਂਟ ਰਹੇ ਹੈ ਭਾਰਤੀ ਜਨਤਾ ਪਾਰਟੀ ਦੇ, ਤੇ ਉਦੋਂ ਸਾਡੇ 23 ਸੀਟਾਂ ਤੇ ਅਲਾਇੰਸ ਸੀਗਾ ਸ਼੍ਰੋਮਣੀ ਅਕਾਲੀ ਦਲ, 94 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਲੜਦਾ ਸੀ ਔਰ 23 ਸੀਟਾਂ ਤੇ ਅਸੀਂ ਇਲੈਕਸ਼ਨ ਲੜਦੇ ਸੀ। ਔਰ ਖੰਨਾ ਜੀ, ਜਦੋਂ ਅਵਿਨਾਸ਼ ਖੰਨਾ ਜੀ ਪ੍ਰੈਜ਼ੀਡੈਂਟ ਰਹੇ ਹੈ ਤੇ 19 ਸੀਟਾਂ ਜਿੱਤੀਆਂ ਸੀ ਆਪਾਂ 23 ਵਿੱਚੋਂ। ਤੁਸੀਂ ਲਾ ਲਓ ਕਿੰਨੀ ਐਵਰੇਜ ਬਣਦੀ ਹੈ ਜੀ।
ਐਦਾਂ ਹੀ ਐਵਰੇਜ ਹੁਣ ਬਣੂਗੀ। ਸਾਡੀਆਂ ਜਿਹੜੀਆਂ ਸੀਟਾਂ ਨੇ ਜਿੱਤੇ ਵੀ ਸਾਡੇ ਕੈਂਡੀਡੇਟ ਆਏ ਆ ਬੜੇ ਅੱਛੇ ਕੈਂਡੀਡੇਟ ਹੈ, ਚਾਹੇ ਉਹ ਤੁਸੀਂ ਹੁਣ ਗੱਲ ਕਰਦੇ ਸੀ ਪਰ ਕਿਸਾਨਾਂ ਉਹ ਕੈਂਡੀਡੇਟ ਵੀ ਤੁਸੀਂ ਉਹ ਰਲਾਏ ਆ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਟੁੱਟੇ ਹੋਏ ਵੱਡੇ ਚਿਹਰੇ ਜਿਹੜੇ ਆ ਉਹ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਆ। ਕੀ ਕਾਰਨ ਹੈ? ਭਾਰਤੀ ਜਨਤਾ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ, ਵੱਡੀ ਪਾਰਟੀ ਆ, 10 ਸਾਲ ਹੋ ਚਲੇ ਰਾਜ ਕਰਦਿਆਂ ਨੂੰ ਆਪਣਾ ਪੰਜਾਬ ਦੇ ਵਿੱਚ ਕਿਉਂ ਨਹੀਂ ਆਪਣਾ ਵੱਡਾ ਲੀਡਰ ਕੋਈ ਪੈਦਾ ਕਰ ਸਕੀ? ਕਿਉਂ ਨਹੀਂ ਵੱਡੇ ਪੱਧਰ ਤੇ ਕੈਡਰ ਪੈਦਾ ਕਰ ਸਕੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ? ਕਿਉਂਕਿ ਸ਼ਹਿਰਾਂ ਦੇ ਵਿੱਚ ਸੀਮਿਤ ਹੋ ਕੇ ਭਾਰਤੀ ਜਨਤਾ ਪਾਰਟੀ ਕਿਉਂ ਬੈਠੀ ਰਹੀ? ਅਸੀਂ ਸਮਝੌਤੇ 'ਚ ਰਹੇ। ਅਸੀਂ ਨਹੀਂ ਸੀ ਚਾਹੁੰਦੇ ਕਿ ਕਿਸੇ ਤਰੀਕੇ ਨਾਲ, ਸਾਡੀ ਪਾਰਟੀ ਨਹੀਂ ਸੀ ਚਾਹੁੰਦੀ, ਸਾਡਾ ਪ੍ਰਦੇਸ਼ ਨਹੀਂ ਸੀ ਚਾਹੁੰਦਾ, ਸਾਡਾ ਸੈਂਟਰ ਨਹੀਂ ਸੀ ਚਾਹੁੰਦਾ ਵੀ ਅਸੀਂ ਕਿਸੇ ਵੀ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਧੋਖਾ ਦਈਏ। ਇਸ ਕਰਕੇ ਅਸੀਂ ਜਿਹੜੇ ਸੀਮਤ ਤੁਸੀਂ ਕਹਿੰਦੇ ਆ, ਅਸੀਂ 23 ਸੀਟਾਂ ਇਲੈਕਸ਼ਨ ਲੜਦੇ ਸੀ। ਉਹ 23 ਸੀਟਾਂ ਦੀ ਸਾਡੀ ਪਰਫਾਰਮੈਂਸ ਹੁੰਦੀ ਸੀ, ਬਾਕੀਆਂ ਦੀ ਸਾਡੀ ਭਾਈਵਾਲੀ ਸੀ। ਉੱਥੇ ਜਿੰਨੇ ਵੀ ਸਾਡੇ ਚਾਹੇ ਉਹ ਸਰਕਲ ਪ੍ਰਧਾਨ ਸੀ, ਜ਼ਿਲ੍ਹਾ ਪ੍ਰਧਾਨ ਸੀ ਜਾਂ ਕੋਈ ਚੇਅਰਮੈਨ ਬਣਦਾ ਸੀ, ਉਹ ਡਟ ਕੇ ਉਹਨਾਂ ਦਾ ਸਾਥ ਦਿੰਦੇ ਸੀ। ਔਰ ਅਸੀਂ ਉਹ ਸਾਥ ਦੇਣ ਦੇ ਨਾਲ ਆਪਣਾ ਰਿਸ਼ਤਾ ਇਸ ਤਰੀਕੇ ਨਾਲ ਰੱਖਿਆ ਵੀ ਕੱਲ ਨੂੰ ਕਿਸੇ ਨੂੰ ਕੋਈ ਪਤਾ ਨਾ ਲੱਗੇ ਵੀ ਸਾਡਾ ਭੈਣ ਭਰਾਵਾਂ ਵਾਲਾ ਨਾਤਾ ਰਿਹਾ। ਇਸ ਕਰਕੇ ਅਸੀਂ ਉੱਥੇ ਉਹਨਾਂ ਸੀਟਾਂ ਤੇ ਹੀ ਇਲੈਕਸ਼ਨ ਤੇ ਫੋਕਸਿੰਗ ਕਰਦੇ ਰਹੇ। ਪਰ ਹੁਣ ਸਾਨੂੰ ਮੌਕਾ ਮਿਲਿਆ, ਸਾਡੇ ਨਾਲ ਵੱਧ ਤੋਂ ਵੱਧ ਤੁਸੀਂ ਪਿੱਛੇ ਦੇਖੋ ਡੀਜੀਪੀ ਸਾਹਿਬ ਜਿਹੜੇ ਸਾਬਕਾ ਆ, ਕੱਲ੍ਹ ਹੀ ਸਾਬਕਾ ਮੁਖੀ ਫੌਜ ਦੇ ਸ਼ਾਮਲ ਹੋਏ ਆ। ਉਸ ਤੋਂ ਇਲਾਵਾ ਵੀ ਕਈ IPS ਲੱਦੜ ਸਾਹਿਬ ਵਰਗੇ ਜੁਆਇਨ ਕੀਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬੜੀ ਅੱਛੀ ਨੌਕਰੀ, ਕਮਿਸ਼ਨਰ ਐਜ਼ ਏ ਡਾਇਰੈਕਟਰ ਵਗੈਰਾ ਰਿਟਾਇਰ ਹੋਏ ਆ। ਬੜੇ ਅੱਛੇ ਇਨਸਾਨ ਹੈ। ਉਸ ਤੋਂ ਇਲਾਵਾ ਹੋਰ IPS IAS ਮਿੱਤਲ ਸਾਹਿਬ ਸਾਡੇ ADGP ਰਹੇ ਆ, ਉਹ ਵੀ ਰਿਟਾਇਰ ਹੋ ਕੇ BJP ਜੁਆਇਨ ਕੀਤੀ ਜਿਨ੍ਹਾਂ ਨੇ। ਔਰ ਇਸ ਕਰਕੇ ਪਾਰਟੀ ਨੂੰ ਵਿਸ਼ਾਲ ਨਿਰਦਾ ਤਾਂ ਹੀ ਕਰੂਗੀ ਨਾ, ਜੇ ਆਪਾਂ ਉਹ 23 ਸੀਟਾਂ ਵਾਲਾ ਸਿਸਟਮ ਰੱਖਿਆ ਤਾਂ ਸਾਡੇ ਨਾਲ ਜੁਆਇਨਿੰਗ ਕੌਣ ਕਰੇਗਾ? ਉਹ ਤਾਂ ਫਿਰ ਜਿਹਨੂੰ ਵੀ ਸਾਡਾ ਹੁਣ ਵਿਸ਼ਾਲ ਹਿਰਦਾ ਪੰਜਾਬ ਦੇ ਵਿੱਚ ਜਿਹੜਾ ਵੀ ਆਂਦਾ ਅਸੀਂ ਹੱਥ ਜੋੜ ਕੇ ਉਹਦਾ ਸਵਾਗਤ ਕਰਦੇ ਹਾਂ, ਜੱਫੀ ਪਾ ਕੇ ਉਹਨੂੰ ਸਨਮਾਨ ਕਰਦੇ ਹਾਂ। ਪਰ ਜਿੱਥੇ ਸਾਨੂੰ ਮਹਿਸੂਸ ਹੁੰਦਾ ਪਾਰਟੀ ਹਾਈ ਕਮਾਂਡ ਨੂੰ ਜੋ ਵੀ ਮਹਿਸੂਸ ਹੁੰਦਾ ਵੀ ਸਾਡਾ ਉਹਨਾਂ ਨੇ ਸਰਵੇ ਕਰਾਇਆ ਜਿੱਥੇ ਵਿਨਿੰਗ ਕੈਂਡੀਡੇਟ ਹੈ, ਚਾਹੇ ਉੱਥੇ ਮੰਨ ਲਓ ਮੈਂ ਹੁਣ ਆਪਣੀ ਗੱਲ ਫਿਰ ਆ ਗਈ, ਮੈਂ ਭਾਵੇਂ ਵਿਨਿੰਗ ਕੈਂਡੀਡੇਟ ਸੀ ਜਾਂ ਨਹੀਂ ਸੀ ਮੈਨੂੰ ਨਹੀਂ ਪਤਾ, ਸੈਂਟਰ ਨੇ ਕੀਤਾ ਨਾ ਸਰਵੇ, ਅਸੀਂ ਸਾਨੂੰ ਲੱਗਦਾ ਵੀ ਇਹ ਵਿਨਿੰਗ ਕੈਂਡੀਡੇਟ ਦੇ ਦਿਓ, ਅਸੀਂ ਦਿੱਤੀ ਨਹੀਂ ਤੇ ਉਹ 'ਚ ਕੋਈ ਐਡੀ ਕੀ ਮਜਬੂਰੀ ਬਣ ਗਈ ਸੀਗੀ ਭਾਰਤੀ ਜਨਤਾ ਪਾਰਟੀ ਦੀ? ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਾਲਿਆਂ ਨੇ ਉਤਾਰ ਦਿੱਤਾ ਕਿ ਸਾਡੇ ਕੰਮ ਦੇ ਨਹੀਂ ਜੀ, ਇਹਨਾਂ ਨੇ ਕੰਮ ਹੀ ਨਹੀਂ ਕੀਤੇ। ਭਾਰਤੀ ਜਨਤਾ ਪਾਰਟੀ ਨੂੰ ਕੀ ਐਡੀ ਮਜਬੂਰੀ ਪੈ ਗਈ ਸੀ ਕਿ ਭਾਈ ਆਜਾ ਤੇਰੇ ਨਾਲ ਸਾਡਾ ਕੰਮ ਬਣ ਸਕਦਾ? 4 ਸਾਲ ਤੇ 9 ਮਹੀਨੇ ਆਲਮੋਸਟ ਸਰਕਾਰ 'ਚ ਕੈਪਟਨ ਸਾਹਿਬ ਰਹੇ, ਪਹਿਲਾਂ 5 ਸਾਲ ਵੀ ਰਹੇ ਸੀ ਤੇ 4 ਸਾਲ ਜਿਹੜੇ 9 ਮਹੀਨੇ ਰਹੇ, ਇੱਕ ਸਿੱਧੂ ਸੀ ਤੋਂ ਇਲਾਵਾ ਕਿਸੇ ਨੇ ਝਗੜਾ ਨਹੀਂ ਚੱਕਿਆ ਉਹਨਾਂ ਦੇ ਬਰਖਲਾਫ। ਸਾਰੇ ਹੀ ਕਹਿੰਦੇ ਸੀ ਕੈਪਟਨ 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 ਕੈਪਟਨ। ਤੇ ਇੱਕਦਮ ਐਸੇ ਹਾਲਾਤ ਬਣਾਏ ਗਏ ਪਾਰਟੀ 'ਚ ਕਹਿ ਲਓ ਜਾਂ ਨਹੀਂ, ਉਹਨਾਂ ਦੀ ਸਿਟੀ ਸੈਂਟਰ 'ਚ ਨਹੀਂ ਰਲੀ ਕੈਪਟਨ ਸਾਹਿਬ ਦੀ, ਜਾਂ ਕੀ ਹੋਇਆ ਉਹਦਾ ਉਹਨਾਂ ਨੂੰ ਖਿਮ ਜਾ ਘੂਗਣਾ ਪਿਆ, ਹੋਰ ਗੱਲ ਤਾਂ ਕੁਛ ਹੈ ਨਹੀਂ ਸੀ। ਕੈਪਟਨ ਸਾਹਿਬ ਬੜਾ ਅੱਛਾ ਰਾਜ ਕੀਤਾ ਉਹਨਾਂ ਨੇ। ਅਸੀਂ ਵੀ ਵਿਚਰਦੇ ਰਹੇ ਹਾਂ, ਅਸੀਂ ਦੇਖਦੇ ਹਾਂ ਪੋਲੀਟੀਕਲ, ਉਹਨਾਂ ਦੇ ਰਾਜ ਦੇ ਵਿੱਚ ਮੈਂ ਤਾਂ ਇੱਕ ਗੱਲ ਦੇਖਦਾ ਹੁੰਦਾ ਸੀ ਵੀ ਜਿੰਨੇ ਵੀ MLA ਸੀ ਉਹਨਾਂ ਨੂੰ ਖੁੱਲੀ ਛੁੱਟੀ ਹੁੰਦੀ ਸੀ ਵੀ ਜੋ ਮਰਜ਼ੀ ਕਰੋ, ਕਹਿੰਦਾ ਮੇਰੇ ਮਗਰ ਨਾ ਆਓ, ਵੀ ਜੋ ਤੁਹਾਨੂੰ ਹਲਕੇ ਚਾਹੀਦੇ ਤੁਸੀਂ ਲੈ ਜਾਓ। ਤੇ ਇਦੋਂ ਵਧੀਆ CM ਕੌਣ ਉਹਨਾਂ ਦਾ ਹੋ ਸਕਦਾ ਸੀ? ਜੋ ਮਰਜ਼ੀ ਕਰੋ, ਮਤਲਬ ਜੋ ਮਰਜ਼ੀ ਵੀ ਜਿਨ੍ਹਾਂ ਨੂੰ ਕੰਮ ਕਰਾਣੇ ਆ, ਜੋ ਤੁਹਾਡੇ ਕੰਮ ਹੈ, ਜੋ ਤੁਹਾਡੇ ਪਿੰਡਾਂ 'ਚ ਕੋਈ ਡਿਵੈਲਪਮੈਂਟ ਦਾ ਕੰਮ ਹੈ, ਕੋਈ ਇੰਡਸਟਰੀ ਲਾਣੀ ਹੈ, ਕੋਈ ਵੀ ਲੈਣੀ ਹੈ, ਉਹਨਾਂ ਨੂੰ ਖੁੱਲੀ ਛੁੱਟੀ ਸੀ ਵੀ ਆਪਣਾ ਕੰਮ ਕਰਾਓ ਡਿਵੈਲਪਮੈਂਟ ਦਾ, ਪਰ ਉਹ ਨਹੀਂ ਕਰਾ ਸਕੇ। ਉਹਨੇ ਕਰਾਏ ਕੱਖ ਨਹੀਂ। ਇਹਦਾ ਮਤਲਬ ਫੇਲੀਅਰ ਉਹਨਾਂ ਦਾ MLA ਦਾ ਜਾਂ ਕੈਪਟਨ ਅਮਰਿੰਦਰ ਦਾ? MLA ਨੇ ਉਹਨਾਂ ਦੇ ਫੇਲੀਅਰ ਰਹੇ, ਜਿਹੜੇ ਬੋਲੇ ਹੀ ਨਹੀਂ 4.5 ਸਾਲ, ਉਹਨਾਂ ਨੂੰ ਬੋਲਣਾ ਚਾਹੀਦਾ ਸੀ ਨਾ। ਉਹ ਹੁਣ ਜੂ ਬੋਲੇ ਜੋ 3 ਮਹੀਨੇ ਰਹਿ ਕੇ, ਹੁਣ ਉਹ ਤਾਂ ਬੋਲੇ ਵੀ ਰਾਜ ਭਾਗ ਫਿਰ ਆਉਣਾ ਵੋਟਾਂ ਲੈਣ ਖਾਤਰ, ਝੂਠ ਬੋਲ ਕੇ ਕੈਪਟਨ ਲਾਤਾ ਤੇ ਅਸੀਂ ਕਹਾਂਗੇ ਕਿਨਾਰਾ ਜੀ ਕੈਪਟਨ ਸਾਹਿਬ ਨਹੀਂ ਚੰਗੇ। ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਅੱਜ ਜਵਾਹਰ ਖੁਰਾਨਾ ਜੀ ਦੇ ਨਾਲ ਕੀਤੀਆਂ, ਭਾਰਤੀ ਜਨਤਾ ਪਾਰਟੀ ਦੇ ਉੱਗੇ ਆਗੂ ਨੇ, ਔਰ ਸਾਡੇ ਨਾਲ ਇਹਨਾਂ ਨੇ ਦਿਲ ਖੋਲ ਕੇ ਗੱਲਾਂ ਬਾਤਾਂ ਕੀਤੀਆਂ। ਖੁਰਾਨਾ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਹੀ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਔਰ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।